ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 25ਵੇਂ ਵਿੱਚ ਅੱਜ ਆਪਾਂ ਭਾਈ ਨੰਦ ਲਾਲ ਜੀ ਦੁਆਰਾ ਕੁਰਾਨ ਦੀ ਆਇਤ ਦੇ ਅਰਥ ਦੱਸਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਅਨੇਕਾਂ ਮੁਲਾਣੇ ਔਰੰਗੇ ਪਾਸ ਰਹਿ ਕੇ ਧਨ ਪਾਉਂਦੇ ਸਨ। ਉਹ ਕੁਰਾਨ ਦੇ ਅਰਥ ਕਰਦੇ ਸਨ ਜਿਵੇਂ ਜਿਸ ਦੀ ਮੱਤ ਵਿੱਚ ਆਉਂਦਾ ਸੀ। ਜਿੱਥੇ ਖਾਸ ਕਚਹਿਰੀ ਲੱਗਦੀ ਸੀ ਉੱਥੇ ਇੱਕ ਪ੍ਰੇਮੀ ਦਰੋਗਾ ਰਹਿੰਦਾ ਸੀ। ਉਹ ਭਾਈ ਨੰਦ ਲਾਲ ਨਾਲ ਪ੍ਰੀਤ ਰੱਖਦਾ ਸੀ, ਸਦਾ ਮਿਲ ਕੇ ਸਲਾਹ ਕਰਦਾ ਸੀ। ਖੁਦਾ ਨੂੰ ਮਿਲਣ ਦਾ ਸ਼ੌਕ ਧਾਰਨ ਕੀਤਾ ਸੀ। ਉਸ ਪਾਸੇ ਦੀਆਂ ਬਹੁਤ ਗੱਲਾਂ ਕਰਦਾ ਸੀ। ਭਾਈ ਨੰਦ ਲਾਲ ਨੂੰ ਪੁੱਛਦਾ ਸੀ। ਉਹ ਗੁਰੂ ਜੀ ਦਾ ਬਹੁਤ ਮਹਾਨ ਜਸ ਕਰਦਾ ਸੀ। ਨੌਰੰਗੇ ਦੀ ਕਚਹਿਰੀ ਵਿੱਚ ਕਿਸੇ ਇੱਕ ਮੁਸ਼ਕਿਲ ਸ਼ੈ ਦਾ ਅਰਥ ਅੜਿਆ ਹੋਇਆ ਸੀ, ਹੱਲ ਨਹੀਂ ਸੀ ਹੁੰਦਾ। ਜਿੰਨੇ ਵੀ ਮੁਲਾਣੇ ਸ੍ਰੇਸ਼ਟ ਬੁੱਧੀ ਵਾਲੇ ਕਹਾਉਂਦੇ ਸਨ, ਸਾਰਿਆਂ ਪਾਸੋਂ ਬੁਲਾ ਕੇ ਸੁਣਦਾ ਸੀ, ਪਰ ਕਿਸੇ ਪਾਸੋਂ ਵੀ ਸੁਣ ਕੇ ਤਸੱਲੀ ਨਾ ਹੋਈ। ਆਪਣੀ ਮੱਤ ਅਨੁਸਾਰ ਹੀ ਸਾਰੇ ਕਹਿੰਦੇ ਸਨ। ਨੌਰੰਗਾ ਬਹੁਤ ਫਿਕਰਮੰਦ ਰਹਿੰਦਾ ਸੀ। ਮਾਇਨਾ ਕਰੋ ਸਭ ਨੂੰ ਕਹਿੰਦਾ ਸੀ। ਅਨੇਕ ਇਲਮ ਦੇ ਆਲਮ ਜਾਂਦੇ ਸਨ, ਵਿਚਾਰ ਕੇ ਕਹਿ ਕੇ ਸੁਣਾਉਂਦੇ ਸਨ। ਫਿਰ ਵੀ ਕਿਸੇ ਨੂੰ ਸਹੀ ਅਰਥ ਨਾ ਆਇਆ। ਸਾਰੇ ਅਕਲਾਂ ਦੌੜਾ ਕੇ ਹਾਰ ਗਏ। ਇੱਕ ਦਿਨ ਬਹਾਦਰ ਸ਼ਾਹ ਆਪਣੇ ਪਿਤਾ ਨੂੰ ਮਿਲਣ ਵਾਸਤੇ ਗਿਆ। ਬਹਾਦਰ ਸ਼ਾਹ ਉੱਥੇ ਜਾ ਕੇ ਬੈਠ ਗਿਆ। ਬਹੁਤ ਮੁਲਾਣੇ ਪਾਸ ਬੈਠੇ ਸਨ। ਸਾਰੇ ਆਪਣੀ ਆਪਣੀ ਅਕਲ ਅਨੁਸਾਰ ਕਹਿ ਰਹੇ ਸਨ। ਕਿਸੇ ਦਾ ਕਿਹਾ ਵੀ ਪ੍ਰਵਾਨ ਨਹੀਂ ਸੀ ਹੁੰਦਾ। ਇਹ ਅਰਥ ਨਹੀਂ ਬਣਦੇ ਹਨ। ਨੌਰੰਗੇ ਨੇ ਤਦ ਅੱਖਾਂ ਉਠਾ ਕੇ ਆਪਣੇ ਪੁੱਤਰ ਵੱਲ ਵੇਖਿਆ। ਇਹ ਅਰਥ ਬਹੁਤ ਅੜਿਆ ਹੈ। ਹੇ ਸ਼ਹਿਜ਼ਾਦੇ, ਤੂੰ ਅਰਥ ਕਰ ਜੋ ਤੇਰੀ ਮੱਤ ਵਿੱਚ ਆਉਂਦਾ ਹੈ। ਜੋ ਠੀਕ ਮੁਰਾਦ ਹੈ ਉਸ ਨੂੰ ਸਾਬਤ ਵੀ ਕਰਕੇ ਦੱਸੋ। ਇਲਮ ਅਕਲ ਵਿੱਚ ਵੱਡੇ ਕਹਾਉਂਦੇ ਹੋ, ਮੈਂ ਤਦ ਜਾਣਾਂਗਾ ਜੇ ਇਹ ਅਰਥ ਸਮਝਾਓਗੇ। ਇਹ ਸੁਣ ਕੇ ਸ਼ਹਿਜ਼ਾਦੇ ਨੇ ਚਿੰਤਾ ਕੀਤੀ। ਅਕਲ ਵਿੱਚ ਕੁਝ ਸਮਝ ਨਾ ਆਇਆ। ਸ਼ਹਿਜ਼ਾਦੇ ਨੇ ਪਿਤਾ ਅੱਗੇ ਬੇਨਤੀ ਕੀਤੀ, ਤੀਜੇ ਪਹਿਰ ਆ ਕੇ ਦੱਸਾਂਗਾ। ਬਹਾਦਰ ਸ਼ਾਹ ਆਪਣੇ ਘਰ ਆ ਗਿਆ। ਭਾਈ ਨੰਦ ਲਾਲ ਤਦ ਪਾਸ ਬੈਠਾ ਸੀ, ਜਿਸ ਦਾ ਹਿਰਦਾ ਚਿੰਤਾ ਵਿੱਚ ਬੁਰੀ ਤਰ੍ਹਾਂ ਗਲਤਾਨ ਸੀ। ਅੱਖਾਂ ਨਾਲ ਵੇਖਦਾ ਨਹੀਂ ਸੀ ਤੇ ਕੰਨਾਂ ਨਾਲ ਸੁਣਦਾ ਨਹੀਂ ਸੀ। ਆਪਣੇ ਮੁੱਖ ਨਾਲ ਕਿਸੇ ਨਾਲ ਵੀ ਗੱਲ ਨਹੀਂ ਸੀ ਕਰਦਾ। ਇਸ ਪ੍ਰਕਾਰ ਅਡੋਲ ਅੰਗ ਵੇਖ ਕੇ ਬੁੱਧੀਵਾਨ ਭਾਈ ਨੰਦ ਲਾਲ ਜੀ ਸਮਝ ਗਏ, ਇਸ ਦੇ ਦਿਲ ਵਿੱਚ ਕੋਈ ਵਿਸ਼ੇਸ਼ ਚਿੰਤਾ ਇਸ ਨੂੰ ਦੁਖੀ ਕਰ ਰਹੀ ਹੈ। ਭਾਈ ਨੰਦ ਲਾਲ ਨੇ ਪੁੱਛਿਆ, ਮਨ ਵਿੱਚ ਕੈਸੀ ਚਿੰਤਾ ਹੈ? ਕਿਹੜਾ ਐਸਾ ਹਿਤੂ ਕਾਰਜ ਵਿਗੜ ਗਿਆ ਹੈ? ਬਾਦਸ਼ਾਹ ਨੇ ਤੁਹਾਨੂੰ ਕੀ ਸੁਣਾਇਆ ਹੈ? ਕਠਨ ਕਾਰਜ ਕੈਸਾ ਫਰਮਾਇਆ ਹੈ ਜੋ ਤੇਥੋਂ ਹੁੰਦਾ ਨਹੀਂ ਹੈ ਤੇ ਵੱਡੀ ਫਿਕਰ ਲਾ ਕੇ ਬੈਠਾ ਹੈ? ਸ਼ਹਿਜ਼ਾਦੇ ਨੇ ਭਾਈ ਨੰਦ ਲਾਲ ਨੂੰ ਬਹੁਤ ਸਿਆਣਾ ਜਾਣ ਕੇ ਤਦੋਂ ਉਹ ਗੱਲ ਕਹਿ ਦਿੱਤੀ, ਹੇ ਮੀਰ ਮੁਨਸ਼ੀ ਸੁਣੋ। ਮੈਂ ਪਿਤਾ ਹਜ਼ੂਰ ਦੇ ਪਾਸ ਜਾ ਕੇ ਜਦ ਬੈਠ ਗਿਆ, ਇੱਕ ਮਾਇਨਾ ਕਿਸੇ ਨੂੰ ਨਹੀਂ ਸੀ ਆਉਂਦਾ। ਬਹੁਤ ਦਿਨਾਂ ਤੋਂ ਪਿਤਾ ਨੇ ਸਭ ਨੂੰ ਸੁਣਾਇਆ ਹੈ। ਮੈਨੂੰ ਵੀ ਪਿਤਾ ਨੇ ਕਿਹਾ ਹੈ ਕਿ ਇਸ ਦਾ ਮਾਇਨਾ ਕਰੋ। ਇਲਮ ਅਕਲ ਤੂੰ ਬਹੁਤ ਵੱਡੀ ਧਾਰਨ ਕੀਤੀ ਹੈ। ਮੈਂ ਦਿਨ ਦੇ ਤੀਸਰੇ ਪਹਿਰ ਦਾ ਵਾਅਦਾ ਕਰਕੇ ਆਇਆ ਹਾਂ, ਇਸ ਕਰਕੇ ਦਿਲ ਵਿੱਚ ਬੜੀ ਚਿੰਤਾ ਹੈ। ਜਦ ਸ਼ਹਿਜ਼ਾਦੇ ਨੇ ਇਸ ਤਰ੍ਹਾਂ ਕਿਹਾ ਤਾਂ ਭਾਈ ਨੰਦ ਲਾਲ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ। ਤੁਰੰਤ ਭਲੀ ਪ੍ਰਕਾਰ ਅਰਥ ਕਰ ਦਿੱਤੇ, ਜਿਹੜੇ ਕਿ ਕਿਸੇ ਦੇ ਹਿਰਦੇ ਵਿੱਚ ਵੀ ਨਹੀਂ ਆਉਂਦੇ ਸਨ। ਸੁਣ ਕੇ ਸ਼ਹਿਜ਼ਾਦਾ ਬਹੁਤ ਪ੍ਰਸੰਨ ਹੋਇਆ। ਸਾਰਿਆਂ ਨਾਲੋਂ ਵੱਡਾ ਅਕਲਮੰਦ ਜਾਣਿਆ। ਉਸ ਸਮੇਂ ਬਹੁਤ ਵਡਿਆਈ ਕੀਤੀ ਤੇ ਪ੍ਰਸੰਨ ਹੋ ਕੇ ਬੜਾ ਕੀਮਤੀ ਸਰੋਪਾ ਦਿੱਤਾ। ਤੀਸਰੇ ਪਹਿਰ ਸ਼ਹਿਜ਼ਾਦਾ ਆਪਣੇ ਪਿਤਾ ਪਾਸ ਗਿਆ ਤੇ ਜਾ ਕੇ ਬਹੁਤ ਪ੍ਰਸੰਨ ਹੋ ਕੇ ਬੈਠ ਗਿਆ। ਪਿਤਾ ਅਤੇ ਹੋਰ ਅਨੇਕਾਂ ਮੁਲਾਣੇ ਵਿੱਚ ਬੈਠੇ ਸਨ। ਬੈਠ ਕੇ ਕਹਿ ਕੇ ਵਿਚਾਰ ਕਰ ਰਹੇ ਸਨ। ਜਦ ਬਹਾਦਰ ਸ਼ਾਹ ਨੇ ਅਰਥ ਸੁਣਾਇਆ ਤਾਂ ਨੌਰੰਗਾ ਮਨ ਵਿੱਚ ਬਹੁਤ ਹੈਰਾਨ ਹੋਇਆ। ਇਸ ਵਿੱਚ ਇੰਨੀ ਅਕਲ ਨਹੀਂ ਹੈ ਜਿਵੇਂ ਇਸ ਨੇ ਅਰਥ ਕਰਕੇ ਆਪਣੇ ਮੂੰਹ ਵਿੱਚੋਂ ਕਿਹਾ ਹੈ। ਜਿੰਨਾ ਇਹ ਬੁੱਧੀਵਾਨ ਹੈ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇੰਨੀ ਸਮਝ ਇਸ ਵਿੱਚ ਮੈਂ ਪਛਾਣ ਨਹੀਂ ਸਕਦਾ ਹਾਂ। ਇਸ ਤਰ੍ਹਾਂ ਵਿਚਾਰ ਕਰਕੇ ਨੌਰੰਗੇ ਨੇ ਕਿਹਾ, ਇਹ ਆਪਣੀ ਅਕਲ ਨਾਲ ਕਰਕੇ ਲਿਆਇਆ ਹੈ ਜਾਂ ਤੈਨੂੰ ਹੋਰ ਕਿਸੇ ਨੇ ਦੱਸਿਆ ਹੈ? ਤੂੰ ਠੀਕ ਅਰਥ ਚੰਗੀ ਤਰ੍ਹਾਂ ਕਹੇ ਹਨ। ਸ਼ਹਿਜ਼ਾਦੇ ਨੇ ਕਿਹਾ, ਮੈਂ ਨਹੀਂ ਜਾਣਿਆ ਹੈ। ਮੇਰੇ ਪਾਸ ਇੱਕ ਚਤੁਰ ਵਿਅਕਤੀ ਰਹਿੰਦਾ ਹੈ। ਮੇਰਾ ਮੀਰ ਮੁਨਸ਼ੀ ਬਹੁਤ ਅਕਲਮੰਦ ਹੈ। ਉਸਨੇ ਮੈਨੂੰ ਅਰਥ ਦੱਸਿਆ ਹੈ। ਇਹ ਸੁਣ ਕੇ ਬਾਦਸ਼ਾਹ ਮਨ ਵਿੱਚ ਪ੍ਰਸੰਨ ਹੋਇਆ
ਤੇ ਸ਼ਹਿਜ਼ਾਦੇ ਨੂੰ ਉਹ ਕਹਿਣ ਲੱਗਾ, ਉਸ ਨੂੰ ਮੇਰੇ ਪਾਸ ਬੁਲਾ ਕੇ ਲਿਆਓ, ਉਸ ਦੇ ਹਿਰਦੇ ਵਿੱਚ ਕਮਾਲ ਦੀ ਅਕਲ ਹੈ। ਸ਼ਹਿਜ਼ਾਦੇ ਨੇ ਭਾਈ ਨੰਦ ਲਾਲ ਨੂੰ ਬੁਲਾ ਲਿਆ। ਹਿੰਦੂ ਵੇਖ ਕੇ ਸਖਤੀ ਉਠਾਈ। ਸਲਾਮ ਕਰਕੇ ਭਾਈ ਨੰਦ ਲਾਲ ਜੀ ਖੜੇ ਰਹੇ। 100 ਵਾਰ ਸ਼ਾਬਾਸ਼ ਹੈ, ਬਾਦਸ਼ਾਹ ਨੇ ਕਿਹਾ। ਫਿਰ ਜਦ ਆਪਣੇ ਡੇਰੇ ਨੂੰ ਚੱਲ ਕੇ ਆ ਗਿਆ ਤਾਂ ਬਾਦਸ਼ਾਹ ਸ਼ਹਿਜ਼ਾਦੇ ਨੂੰ ਕਹਿਣ ਲੱਗਾ, ਇਹ ਤਾਂ ਵੱਡੀ ਅਕਲ ਵਾਲਾ ਹਿੰਦੂ ਹੈ, ਇਹ ਅਨੀਤੀ ਹੈ, ਮੈਨੂੰ ਨਹੀਂ ਚੰਗਾ ਲੱਗਦਾ। ਇਸ ਨੂੰ ਮੁਸਲਿਮ ਦੀਨ ਵਿੱਚ ਲਿਆਓ, ਜਿਵੇਂ ਤਿਵੇਂ ਕਰਕੇ ਚੰਗੀ ਤਰ੍ਹਾਂ ਸਮਝਾਓ। ਐਸਾ ਮਨੁੱਖ ਜਦ ਦੀਨ ਵਿੱਚ ਆ ਜਾਏਗਾ ਤਾਂ ਸਾਰੇ ਲੋਕ ਸ਼ਰ੍ਹਾ ਵਿੱਚ ਚੱਲ ਪੈਣਗੇ। ਹਿੰਦੂਆਂ ਵਿੱਚ ਬੁੱਧੀਵਾਨ ਵਿਅਕਤੀ ਨਹੀਂ ਚਾਹੀਦੇ ਹਨ, ਉਹਨਾਂ ਦਾ ਧਰਮ ਪੱਕਾ ਕਰੇਗਾ, ਇਹ ਜਾਣ ਲਓ। ਤੁਰਕ ਦੀਨ ਵਿੱਚ ਜਦ ਐਸਾ ਵਿਅਕਤੀ ਆ ਜਾਏਗਾ, ਚੰਗੇ ਢੰਗ ਨਾਲ ਸ਼ਰ੍ਹਾ ਨੂੰ ਵਧਾਏਗਾ। ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਸਮਝਾਇਆ, ਜਿਵੇਂ ਕਿਵੇਂ ਕਰਕੇ ਉਸ ਨੂੰ ਤੁਰਕ ਦੀਨ ਵਿੱਚ ਲਿਆਈਏ। ਬਹਾਦਰ ਸ਼ਾਹ ਆਪਣੇ ਘਰ ਨੂੰ ਚਲਾ ਗਿਆ ਤੇ ਭਾਈ ਨੰਦ ਲਾਲ ਨੂੰ ਪ੍ਰੇਮ ਨਾਲ ਬੁਲਾ ਲਿਆ। ਆਪਣੇ ਪਿਓ ਦੀ ਕਹੀ ਗੱਲ ਸਾਰੀ ਸੁਣਾਈ। ਮਹਾਂ ਵਡਿਆਈ ਉਲਟੀ ਪੈ ਗਈ ਹੈ। ਕਿਹਾ ਹੈ ਕਿ ਇਸ ਨੂੰ ਤੁਰਕ ਬਣਾ ਲਓ, ਹੋਰ ਵਿਧੀਆਂ ਨਾਲ ਬਹੁਤ ਸਮਝਾਓ। ਮੇਰਾ ਹੋਰ ਕੋਈ ਜ਼ੋਰ ਨਹੀਂ ਹੈ, ਤੈਨੂੰ ਮੈਂ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ। ਇੱਥੇ ਰਹੋ ਜਾਂ ਭੱਜ ਜਾਓ, ਤੁਹਾਡੇ ਅਧੀਨ ਹੈ। ਜਿਵੇਂ ਦਿਲ ਵਿੱਚ ਧਾਰੋ ਉਸ ਤਰ੍ਹਾਂ ਕਰੋ। ਮਿੱਤਰ ਜਾਣ ਕੇ ਮੈਂ ਦੱਸ ਦਿੱਤਾ ਹੈ, ਹੋਰ ਮੇਰੇ ਪਾਸੋਂ ਕੁਝ ਵੀ ਨਹੀਂ ਕੀਤਾ ਜਾ ਸਕਣਾ ਹੈ। ਇਹ ਸੁਣ ਕੇ ਭਾਈ ਨੰਦ ਲਾਲ ਜੀ ਵਿਦਾ ਹੋ ਗਏ ਤੇ ਪ੍ਰੇਮ ਨਾਲ ਦਰੋਗੇ ਨੂੰ ਜਾ ਕੇ ਮਿਲੇ। ਉਸ ਨੂੰ ਜਾ ਕੇ ਕਿਹਾ, ਮੈਂ ਹੁਣ ਚੱਲਿਆ ਹਾਂ। ਗੁਰੂ ਜੀ ਬਗੈਰ ਹੋਰ ਕੋਈ ਓਟ ਪ੍ਰਾਪਤ ਨਹੀਂ ਹੋ ਸਕਦੀ, ਨਹੀਂ ਤਾਂ ਬਾਦਸ਼ਾਹ ਵੱਡਾ ਝਗੜਾਲੂ ਹੈ, ਸੁਣ ਕੇ ਤੁਰੰਤ ਫੜਾ ਦੇਵੇਗਾ। ਗੁਰੂ ਜੀ ਤੋਂ ਬਗੈਰ ਦੂਸਰਾ ਕੋਈ ਰਾਖਾ ਨਹੀਂ ਹੈ, ਜਿਸ ਦੀ ਸ਼ਰਨ ਪੈ ਕੇ ਸਿੱਖ ਹੋਇਆ ਹਾਂ। ਉਹ ਦੋਹਾਂ ਲੋਕਾਂ ਤੋਂ ਮੈਨੂੰ ਬਚਾਉਣਗੇ ਤੇ ਅਨੇਕਾਂ ਵਿਘਨ ਮੈਨੂੰ ਛੂਹ ਨਹੀਂ ਸਕਣਗੇ। ਤੂੰ ਮੇਰਾ ਵੱਡਾ ਮੇਲੀ ਸੀ, ਜਾਂਦਿਆਂ ਹੋਇਆਂ ਮੈਂ ਵੱਡਾ ਪ੍ਰੇਮ ਕਰਕੇ ਮਿਲਿਆ ਹਾਂ। ਇਹ ਸੁਣ ਕੇ ਦਰੋਗਾ ਬਹੁਤ ਪਛਤਾਇਆ। ਮੈਨੂੰ ਵੀ ਆਪਣੇ ਨਾਲ ਰਲਾ ਲਓ। ਤੁਹਾਡੀ ਕਿਰਪਾ ਕਰਕੇ ਮੇਰਾ ਮਨ ਸ਼ੁੱਧ ਹੋ ਗਿਆ ਹੈ ਤੇ ਤੁਹਾਡੀ ਕਿਰਪਾ ਨਾਲ ਹੀ ਸਭ ਪ੍ਰਕਾਰ ਦੇ ਸੁੱਖ ਪ੍ਰਾਪਤ ਹੋਣਗੇ। ਮੈਂ ਤੁਹਾਨੂੰ ਆਪਣਾ ਮੁਰਸ਼ਦ ਪਛਾਣਿਆ ਹੈ। ਪ੍ਰਤੀ ਦਿਨ ਮੇਰੇ ਵਿਕਾਰਾਂ ਦਾ ਨਾਸ਼ ਹੋ ਰਿਹਾ ਹੈ। ਸਦਾ ਖੁਦਾ ਦਾ ਸਿਮਰਨ ਕਰਦਾ ਹਾਂ, ਵਿਚਾਰਦਾ ਹਾਂ। ਅੰਤ ਸਮੇਂ ਤੁਸੀਂ ਸਹਾਇਕ ਹੋਵੋਗੇ। ਆਪਣੇ ਗੁਰੂ ਜੀ ਨਾਲ ਮੈਨੂੰ ਮਿਲਾਓ, ਜਿਸ ਨਾਲ ਮੇਰਾ ਜਨਮ ਹਰ ਪ੍ਰਕਾਰ ਸਫਲ ਹੋਵੇ। ਮੈਂ ਇਸ ਪਾਪੀ ਪਾਸ ਨਹੀਂ ਰਹਾਂਗਾ ਜਿਸ ਦੇ ਗਲ ਵਿੱਚ ਸ਼ਰ੍ਹਾ ਦੀ ਫਾਂਸੀ ਪਈ ਹੈ। ਪਹਿਲਾਂ ਵੀ ਮੇਰੀ ਵੱਡੀ ਲਗਨ ਹੈ। ਮੈਂ ਆਪਣਾ ਤਨ ਮਨ ਗੁਰੂ ਜੀ ਦੇ ਅੱਗੇ ਅਰਪਣ ਕਰ ਦਿਆਂਗਾ। ਹੁਣ ਅਚਾਨਕ ਐਸੀ ਵਿਧੀ ਬਣ ਗਈ ਹੈ, ਤੁਹਾਡੇ ਨਾਲ ਜਾ ਕੇ ਉਹਨਾਂ ਨਾਲ ਮੇਲ ਹੋ ਜਾਏਗਾ। ਇਸ ਤਰ੍ਹਾਂ ਕਹਿ ਕੇ ਦਰੋਗਾ ਤਿਆਰ ਹੋ ਗਿਆ। ਹਿੱਤ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚਣਾ ਚਾਹੁੰਦਾ ਸੀ। ਸੈਯਦ ਸੀ, ਇਸ ਕਰਕੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਖੁਦਾ ਦੇ ਰਸਤੇ ਤੁਰਨ ਵਾਲਾ ਸੀ। ਸੈਨਾ ਨੂੰ ਛੱਡ ਕੇ ਦੋਵੇਂ ਬਾਹਰ ਨਿਕਲ ਆਏ। ਦੋਵੇਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਬਾਰੇ ਵਿਚਾਰ ਕਰ ਰਹੇ ਸਨ। ਕਦ ਸਤਿਗੁਰੂ ਜੀ ਨੂੰ ਮਿਲ ਕੇ ਨਿਹਾਲ ਹੋਵਾਂਗੇ ਤੇ ਪਾਸ ਬੈਠ ਕੇ ਆਨੰਦ ਧਾਰਨ ਕਰਾਂਗੇ। ਰਾਹ ਵਿੱਚ ਸਤਿਗੁਰੂ ਜੀ ਦੇ ਗੁਣ ਕਹਿੰਦੇ ਜਾਂਦੇ ਸਨ। ਮਿਲਣ ਦੀ ਚਾਹਤ ਕਰਦੇ ਹੋਏ ਚਲੇ ਆ ਰਹੇ ਸਨ। ਜਿਨ੍ਹਾਂ ਦੇ ਵੱਡੇ ਭਾਗ ਜਾਗ ਪਏ ਸਨ, ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨਗਰੀ ਵਿੱਚ ਪਹੁੰਚ ਗਏ। ਸੋ ਸਾਧ ਸੰਗਤ ਜੀ, ਇੱਥੇ ਤੀਸਰੀ ਰੁੱਤ ਦਾ 25ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।